सत श्रीकाल नमस्कार। तुसीं देख रहे हो अजीत वैब टीवी के अज के खास बुलेटिन दे विच मैं मनजोत सिंह तुहाडा निੱਘਾ स्वागत करता हाँ। आओ नज़र मारते हैं अज दीआं ताज़ा खबरां ते। महंगाई खिलाफ बोले नवजोत सिंह सिद्धू, कांग्रेस हारी या मरे नहीं। जेतो ट्रक यूनियन प्रधानगी नूं लैके आमो सामने होए दो धड़े। पंजाब सरकार ने भलके सद्दिया विधान सभा का विशेष इजलास। महंगाई नूं लैके राहुल गांधी ने घेरी केंद्र सरकार। ਅੰਮ੍ਰਿਤਸਰ ਦਿਹਾਤੀ ਦੇ ਨਵਾਂ ਪਿੰਡ ਵਿਖੇ ਨਸ਼ਾ ਵੇਚਣ ਤੋਂ ਰੋਕਣ ਤੇ ਚੱਲੀਆਂ ਗੋਲੀਆਂ। ਤੇ ਹੁਣ ਖਬਰਾਂ ਵਿਸਥਾਰ 'ਚ। ਪੰਜਾਬ ਕਾਂਗਰਸ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਮੁੜ ਐਕਸ਼ਨ ਮੋਡ 'ਚ ਦਿਖਾਈ ਦੇ ਰਹੇ ਨੇ। ਇਸੇ ਕੜੀ 'ਚ ਅੱਜ ਨਵਜੋਤ ਸਿੰਘ ਸਿੱਧੂ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਤੇ ਵਰਦੇ ਨਜ਼ਰ ਆਏ। ਇਸ ਦੌਰਾਨ ਉਹਨਾਂ ਜੰਮ ਕੇ ਕੇਂਦਰ ਸਰਕਾਰ ਖਿਲਾਫ ਪੜਾਸ ਕੱਢੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਹਾਰੇ ਹਾਂ, ਮਰੇ ਨਹੀਂ ਤੇ ਲੋਕਾਂ ਲਈ ਹਮੇਸ਼ਾ ਲੜਦੇ ਰਹਾਂਗੇ। ਸਿੱਧੂ ਸਣੇ ਕਾਂਗਰਸੀ ਆਗੂਆਂ ਨੇ ਮਹਿੰਗਾਈ ਖਿਲਾਫ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਦੇਸ਼ ਵਿਪਾਹੀ ਰੋਸ ਮੁਜ਼ਾਹਰੇ ਵਿੱਚ ਹਿੱਸਾ ਲਿਆ। ਦੱਸ ਦਈਏ ਕਿ ਮਹਿੰਗਾਈ ਖਿਲਾਫ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਹਾਲ ਗੇਟ ਬਾਹਰ ਦਿੱਤੇ ਧਰਨੇ 'ਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਕਿਹਾ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੀ ਵਾਧੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। जिस तरह पैर च चुभिया कंडा दिखदा नहीं पर ओदी टीस हर मिनट हर सेकंड पैंदी है। उसे तरह महंगाई दी टीस 90% हिंदुस्तानी 120 करोड़ बंदे 1 बिलियन एंड 20,000 करोड़ ਉਹਨਾਂ ਨੂੰ ਹਰ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਹੰਡਾਉਣਾ ਪੈ ਰਿਹਾ। ਵੋਟਾਂ ਆਸ ਨਾਲ ਪਾਈਆਂ ਸੀ, ਵਿਸ਼ਵਾਸ ਨਾਲ ਪਾਈਆਂ ਸੀ, ਮਿੱਟੀ ਦੇ ਭਾਂਡੇ ਵਾਂਗੂ ਸਾਰਾ ਵਿਸ਼ਵਾਸ ਟੁੱਟਿਆ ਪਿਆ। ਲੋਕਾਂ ਦੇ ਚੂਲੇ ਬਲਣੋਂ ਹਟ ਗਏ ਆ। ਵੇਖੋ MSP 35% ਵਧੀ ਹੈ ਪਿਛਲੇ 7-8 ਸਾਲਾਂ 'ਚ ਤੇ ਪੈਟਰੋਲ ਡੀਜ਼ਲ 110% ਵੱਧ ਗਿਆ। करीब 12 ਵਾਰ ਕੀਮਤਾਂ ਵਧਾ ਦਿੱਤੀਆਂ। ਦਾਲ ਦੀ ਕੀਮਤ ਡਬਲ ਹੋ ਚੁੱਕੀ ਹੈ। ਐਡੀਬਲ ਆਇਲ ਲੋਕ ਕਹਿੰਦੇ ਆ, ਗਰੀਬ ਕਹਿੰਦਾ ਦਾਲ ਰੋਟੀ ਖਾਓ, ਪ੍ਰਭੂ ਦੇ ਗੁਣ ਗਾਓ। ਤੇ ਜਿਹੜੇ ਤੇਲ ਦੇ ਵਿੱਚ ਰੋਟੀ ਖਾਣੀ ਆ ਉਹ 100% ਵੱਧ ਚੁੱਕਿਆ। ਗੈਸ ਦਾ ਸਿਲੰਡਰ ਡਬਲ ਹੋ ਚੁੱਕਿਆ। ਜੇ ਇਹ ਸਾਰੇ ਡਬਲ ਹੋ ਚੁੱਕੇ ਨੇ ਤੇ ਮੈਨੂੰ ਦੱਸੋ ਗਰੀਬ ਦੀ ਦਿਹਾੜੀ, ਪੱਲੇਦਾਰ ਦੀ ਦਿਹਾੜੀ 250 ਤੋਂ 500 ਹੋਈ ਹੈ। ਉਹਦੀ ਦਿਹਾੜੀ ਦਾ ਜਿਹੜਾ ਮੁੱਲ ਹੈ 250 ਰੁਪਏ 'ਚ ਜੋ ਖਰੀਦਾ ਸੀ ਹੁਣ ਉਹ 700 'ਚ ਨਹੀਂ ਆਉਂਦਾ। ਜਿਹੜਾ ਗਰੀਬ ਆਮ ਆਦਮੀ 90% ਹਿੰਦੁਸਤਾਨੀ ਉਹ ਤੋਂ ਰੋਟੀ ਖਾਣੀ ਔਖੀ ਹੋ ਗਈ, ਉਹਦੇ ਪੇਟ ਤੇ ਲੱਤ ਵੱਜਣ ਡਈ ਹੈ। ਤੇ ਕਿਸਾਨ MSP 35% ਤੇ ਪੈਟਰੋਲ ਡੀਜ਼ਲ 110%। ਇਹਦਾ ਮਤਲਬ 1 ਰੁਪਈਆ ਦੇ ਕੇ ਤੁਸੀਂ 4 ਰੁਪਏ ਉਹ ਤੋਂ ਲੈ ਰਹੇ ਹੋ। ਪੈਸਟੀਸਾਈਡ ਦੀ ਕੀਮਤ, ਹੋਰ ਕੀਮਤਾਂ। ਇਹ एक साफ गल है कि अमीर का चिराग जलने दो और गरीब की झोंपड़ी जलने दो। अमीरां दे चिराग जल रहे हैं। 5% हिंदुस्तानियां नूं बैंकां दे मुनाफे, हर तरह दे मुनाफे, तेल कंपनियां नूं मुनाफे। सरदार मनमोहन सिंह वो बंदा सी जदों तेल थल्ले गया सी, वो फायदा आम आदमी नूं और गरीब आदमी नूं गया सी। ते अज हर रोज तेल ਦੀਆਂ ਕੀਮਤਾਂ ਵਧ ਰਹੀਆਂ ਔਰ ਤੇਲ ਦੀਆਂ ਕੀਮਤਾਂ ਦੇ ਨਾਲ ਹੀ ਸਾਰੀਆਂ ਪ੍ਰਾਈਸਸ ਵਧ ਰਹੀਆਂ ਨੇ। ਗਰੀਬ ਕੁਚਲਿਆ ਜਾ ਰਿਹਾ। ਜੇ ਅਮੀਰ ਦੀ ਬੱਕਰੀ ਮਰਦੀ ਹੈ ਤੇ ਸਾਰਾ ਪਿੰਡ ਜਾਂਦਾ। ਗਰੀਬ ਦੀ ਅਗਰ ਇੱਜ਼ਤ ਲੁੱਟਦੀ ਹੈ ਤੇ ਕੋਈ ਨਹੀਂ ਜਾਂਦਾ। ਇਹ ਗਰੀਬ ਦੀ ਇੱਜ਼ਤ ਦੀ ਰੋਟੀ ਦੀ ਲੜਾਈ ਲੜ ਰਹੀ ਹੈ ਕਾਂਗਰਸ। ਔਰ ਅੱਜ ਮੈਂ ਡੰਕੇ ਦੀ ਚੋਟ ਦੇ ਉੱਤੇ ਕਹਿਣਾ ਕਿ ਗੁਰੂ ਸਾਹਿਬਾਨਾਂ ਦਾ वो वाक जुल्म करना अगर पाप है तो जुल्म सहना उदों वड्डा पाप है। ये समझ लो कि ये इन्फ्लेशन किसी अमीर नूं 5% हिंदुस्तानियों नूं अफेक्ट नहीं करती, ये गरीब नूं अफेक्ट करती है। जिहदी तनख्वाह दे विच पहलां 10 गुणा समान आंदा हुण 3 गुणा नहीं आउंदा। गरीब दी दिहाड़ी दे विच जो रोज़ रोटी खाण लई खरीददा सीगा उहदे नालों 4 गुणा कीमतां वध गईयां। दाल रोटी तो गया गरीब। इस करके मैं और सारी कांग्रेस पार्टी अज तो सिपाही हाँ। सोनी साहब खड़ोते ने इत्थे 8-10 MLA खड़ोते ने। मैं दिखाना है साडे पप्पू प्रधान जी ने। आ वेखो गिल साहब
ਪੱਟੀ ਤੋਂ ਜੱਗਾ ਭਾਜੀ, ਨਵਤੇਜ ਕਿੰਨੀ ਦੂਰੋਂ ਆਇਆ, ਡੈਨੀ ਹੈ, ਸਿਆਲਕਾ ਸਾਹਿਬ ਨੇ, ਠੀਕ ਹੈ ਕਿ ਨਹੀਂ, ਤੇ 10-12 ਐਮਐਲਏ ਨੇ, ਔਰ ਅਸੀਂ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ, ਵਿਰੋਧ ਕਰ ਰਹੇ ਹਾਂ ਕਿ ਭਾਈ ਸਰਕਾਰਾਂ ਜਾਣੀਆਂ ਜਾਂਦੀਆਂ ਨੇ। ਇੱਕ ਮਿੰਟ ਸੁਣ ਲੈ ਯਾਰ, ਸਰਕਾਰਾਂ ਜਾਣੀਆਂ ਜਾਂਦੀਆਂ ਨੇ, ਉਹਨਾਂ ਦੀ ਕਾਬਲੀਅਤ ਦਾ ਅੰਕਲਨ ਹੁੰਦਾ ਹੈ ਕਿ ਉਹਨਾਂ ਨੇ ਗਰੀਬ ਗੁਰਬੇ, ਦਬੇ ਕੁਚਲੇ ਔਰ ਪਿਛੜੇ ਵਰਗ ਦਾ ਕਿਸ ਤਰ੍ਹਾਂ ਉਥਾਨ ਕੀਤਾ। ਇੱਥੇ ਅਮੀਰ ਗਰੀਬ ਦਾ ਫਾਸਲਾ ਵੱਧ ਰਿਹਾ, ਗਰੀਬ ਦਬਦਾ ਜਾ ਰਿਹਾ, ਕੁਚਲਿਆ ਜਾ ਰਿਹਾ, ਉਹਦੀ ਜਿਹੜੀ ਕਮਾਈ ਦੀ ਵੈਲਿਊ ਹੀ ਕੋਈ ਨਹੀਂ ਰਹੀ, ਰੁਪਈਏ ਦੀ ਵੈਲਿਊ ਕੋਈ ਨਹੀਂ ਰਹੀ ਡਾਲਰ ਦੇ ਮੂਹਰੇ। ਇਸ ਕਰਕੇ ਇਹ ਇਕਨੋਮੀ ਦੇ ਰਾਖੇ ਅੱਜ ਇਕਨੋਮੀ ਨੂੰ ਬਰਬਾਦ ਕਰ ਰਹੇ ਆ। ਚੰਡੀਗੜ੍ਹ ਖੋਲਿਆ ਸਾਡੇ ਤੋਂ, ਚੰਡੀਗੜ੍ਹ ਦੇ ਅਧਿਕਾਰ ਖੋਲੇ ਸਾਡੇ ਤੋਂ, ਅਫਸਰ ਉੱਥੇ ਹੋਰ ਲਾਤੇ, ਸਮਝੇ ਨਹੀਂ। ਕੋਈ ਚੀਜ਼ ਗਰੀਬ ਦੀ ਦਿਸ਼ਾ 'ਚ ਨਹੀਂ ਤੁਰਦੀ, ਕੋਈ ਚੀਜ਼ ਆਮ ਆਦਮੀ ਦੇ ਵੱਲ ਨਹੀਂ ਤੁਰਦੀ। ਤੇ ਆਹ ਨਵੀਂ ਸਰਕਾਰ ਆਈ ਹੈ, ਇਹ ਐਮਪੀਆਂ ਦੇ ਹੀ ਸੌਦੇ ਕਰਨ ਲੱਗੇ, ਹੋਰਾਂ ਦੀ ਤਾਂ ਗੱਲ ਹੀ ਛੱਡੋ, ਇਹ ਤੇ ਐਮਪੀਆਂ ਦੀ ਬੋਲੀ ਲਾਉਣ ਲੱਗੇ। ਤੇ ਦੱਸੋ ਇਹਨਾਂ 'ਚ ਸ਼ਹੀਦ ਭਗਤ ਸਿੰਘ ਔਰ ਅੰਬੇਡਕਰ ਸਾਹਿਬ, ਸੰਵਿਧਾਨ ਦੀ ਰਚਨਾ ਕਰਨ ਵਾਲੇ, ਜ਼ਾਤ ਪਾਤ ਤੋਂ ਹਿੰਦੁਸਤਾਨ ਨੂੰ ਉੱਚਾ ਚੱਕਣ ਵਾਲੇ, ਉਹਨਾਂ ਦੀ ਵਿਚਾਰਧਾਰਾ ਤੇ ਚੁਣਨ ਵਾਲਾ ਕਿਹੜਾ ਹੈ? ਦੱਸੋ। 2 ਦਿਨ ਪਹਿਲਾਂ ਕਸਬਾ ਸਦੀਕ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 2 ਧੜੇ ਆਮੋ ਸਾਹਮਣੇ ਹੋਏ ਸਨ, ਜਿੱਥੇ ਧੱਕਾ ਮੁੱਕੀ ਤੋਂ ਬਾਅਦ ਆਪ ਦਾ ਟਰੱਕ ਯੂਨੀਅਨ ਤੇ ਕਬਜ਼ਾ ਹੋਇਆ ਸੀ। ਅੱਜ ਫਿਰ ਫਰੀਦਕੋਟ ਜ਼ਿਲ੍ਹੇ ਦੇ ਹਲਕਾ ਜੇਤੂ 'ਚ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਖੂਬ ਹੰਗਾਮਾ ਦੇਖਣ ਨੂੰ ਮਿਲਿਆ, ਜਿੱਥੇ 2 ਧੜਿਆਂ 'ਚ ਆਪਸੀ ਵਿਰੋਧ ਦੇ ਚਲਦੇ ਇੱਟਾਂ ਪੱਥਰ ਅਤੇ ਡਾਂਗਾ ਤੱਕ ਚੱਲੀਆਂ। ਇਸ ਦੌਰਾਨ ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ 'ਚ ਆਪ ਸਮਰਥਕ ਟਰੱਕ ਯੂਨੀਅਨ ਦਾ ਗੇਟ ਭੰਨ ਕੇ ਅੰਦਰ ਦਾਖਲ ਹੋਏ ਅਤੇ ਪ੍ਰਧਾਨਗੀ ਲਈ ਆਪ ਸਮਰਥਕ ਹਰਸਿਮਰਤ ਨੂੰ ਪ੍ਰਧਾਨ ਚੁਣ ਲਿਆ ਗਿਆ। ਹਾਲਾਂਕਿ ਇਸ ਰੌਲੇ ਰੱਪੇ 'ਚ ਪੁਲਿਸ ਮੁੱਖ ਦਰਸ਼ਕ ਬਣ ਕੇ ਦੇਖਦੀ ਰਹੀ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਕੁਝ ਲੋਕ ਜੋ ਅਕਾਲੀ ਕਾਂਗਰਸੀ ਸਨ, ਉਹਨਾਂ ਵੱਲੋਂ ਵਿਰੋਧ ਕੀਤਾ ਗਿਆ, ਪਰ ਸਰਬ ਸੰਮਤੀ ਨਾਲ ਹਰਸਿਮਰਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ। ਉਧਰ ਦੂਜੇ ਪਾਸੇ ਵਿਰੋਧ ਕਰ ਰਹੇ ਟਰੱਕ ਆਪਰੇਟਰਾਂ ਨੇ ਦੋਸ਼ ਲਗਾਏ ਕਿ ਆਪ ਵਿਧਾਇਕ ਦੀ ਹਾਜ਼ਰੀ 'ਚ ਧੱਕੇ ਨਾਲ ਪ੍ਰਧਾਨ ਚੁਣਿਆ ਗਿਆ, ਜੋ ਸਾਨੂੰ ਮਨਜ਼ੂਰ ਨਹੀਂ। ਪਹਿਲੀ ਵਾਰੀ ਹੋਇਆ ਅਕਾਲੀ ਜਾਂ ਕਾਂਗਰਸੀ ਸਿੱਧੇ ਤਰੀਕੇ ਨਾਲ ਸੋਚ ਲੈਂਦੇ ਵੀ ਅਸੀਂ ਇਹਨੂੰ ਲਾਉਣਾ। ਅਸੀਂ ਇੱਕ ਆਮ ਘਰ ਦੇ ਮੁੰਡੇ ਨੂੰ ਲਾਇਆ, ਪੜ੍ਹਿਆ ਲਿਖਿਆ ਪ੍ਰਧਾਨ ਟਰੱਕ ਯੂਨੀਅਨ ਦਾ, ਪਹਿਲੀ ਵਾਰੀ ਬਣਿਆ, LLB ਕੀਤੀ ਹੈ ਮੁੰਡੇ ਦੀ, ਠੀਕ ਹੈ, ਐਡਵੋਕੇਟ ਹੈ। ਕੁੱਲ ਮਿਲਾ ਕੇ ਸਾਡਾ ਟੀਚਾ ਇਹ ਆ ਵੀ ਟਰੱਕ ਯੂਨੀਅਨ ਮੁਨਾਫੇ 'ਚ ਕਿਵੇਂ ਲਿਆਉਣੀ ਆ। ਉਹ ਕੌਣ ਲਿਆਉਂਦਾ ਕੌਣ ਨਹੀਂ, ਉਹਦੇ ਨਾਲ ਫਰਕ ਨਹੀਂ ਪੈਂਦਾ। 6 ਮਹੀਨਿਆਂ ਬਾਅਦ ਰਿਜ਼ਲਟ ਪਤਾ ਲੱਗ ਜੂਗਾ। ਜੇ ਕੋਈ ਭਰਾ ਸਾਡਾ ਵੀਰ ਰੁੱਸਿਆ, ਜੋ ਕੋਈ 5-7 ਜਾਣੇ ਸੀਗੇ ਜਿਨ੍ਹਾਂ ਨੂੰ ਇਤਰਾਜ਼ ਸੀਗਾ, ਬਾਕੀ ਆਪਰੇਟਰਾਂ ਦੇ ਅਸੀਂ ਸਾਰਿਆਂ ਦੇ ਸਾਈਨ ਕਰਾਏ ਵੀ ਹੋਏ ਸੀ, ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਉਹਨਾਂ ਦੀਆਂ ਸਮੱਸਿਆਵਾਂ ਉਹ ਵੀ ਪੂਰੀਆਂ ਸਹੀ ਕਰਨ ਦੀ ਕੋਸ਼ਿਸ਼। ਸਾਰੇ ਤੁਹਾਡੇ ਨਾਲ ਸਹਿਮਤ ਹੈਗੇ? ਸਾਰੇ ਜਾਣੇ ਸਹਿਮਤ, ਸਾਰੇ ਖੁਸ਼ ਆ ਜੀ। ਆ ਵੇਖੋ ਸਾਰੇ ਇਹੀ ਹੈ ਟਰੱਕ। ਸਭ ਤੋਂ ਪਹਿਲਾਂ ਤਾਂ ਜੀ ਮੈਂ ਜਿਹੜੇ ਯੂਨੀਅਨ ਦੇ ਟਰੱਕ ਆਪਰੇਟਰ ਹੈ ਜਿਨ੍ਹਾਂ ਨੇ ਮੇਰੇ ਤੇ ਸਰਬਸੰਮਤੀ ਬਣਾਈ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਤੇ ਜੋ ਅੱਜ ਮੇਰੇ ਇਸ ਫੰਕਸ਼ਨ ਤੇ ਪਹੁੰਚੇ ਸਾਡੇ MLA ਸਾਹਿਬ ਅਮੋਲਕ ਜੀ, ਉਹਨਾਂ ਦੇ ਨਾਲ ਜੁਆਇੰਟ ਸੈਕਟਰੀ ਪੰਜਾਬ ਧਰਮਜੀਤ ਜੀ, ਡਾਕਟਰ ਲక్ష్మణ ਜੀ, ਸਾਡੇ ਦਵਿੰਦਰ ਵਾਲੀਆ ਜੀ, ਗੁਰਭੇਜ ਜੀ, ਤੇ ਖਾਸ ਤੌਰ ਤੇ ਸਾਡੇ ਜਸਵੰਤ ਅੰਕਲ ਜੀ ਜੋ ਇਸ ਯੂਨੀਅਨ ਦੇ ਹਿੱਸੇਦਾਰ ਹੈ, ਜੋ ਕਿ ਮੇਰੇ ਨਾਲ ਇਹਨਾਂ ਦੀ ਸਹਿਮਤੀ ਨਾਲ ਸਾਰਾ ਕੁਝ ਹੋਊਗਾ। ਤੇ ਮੈਂ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦਾ ਜੋ ਮੇਰੇ ਭਰਾ ਸੱਜਣ ਮਿੱਤਰ ਇੱਥੇ ਪਹੁੰਚੇ, ਇੰਨਾ ਪਿਆਰ ਦਿੱਤਾ ਮੈਨੂੰ। ਤੇ ਮੈਂ ਨਾਲ ਇਹ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਅਸੀਂ ਪਿਛਲੀਆਂ ਸਰਕਾਰਾਂ ਵਾਂਗੂ ਯੂਨੀਅਨ ਦਾ ਇਹ ਹਾਲ ਨਹੀਂ ਕਰਾਂਗੇ। ਅਸੀਂ ਬਹੁਤ ਵਧੀਆ ਤਰੀਕੇ ਨਾਲ ਯੂਨੀਅਨ ਨੂੰ ਚਲਾਵਾਂਗੇ ਤੇ ਖਾਸ ਤੌਰ ਤੇ ਅਸੀਂ ਟਰੱਕ ਆਪਰੇਟਰਾਂ ਦੀ ਰਾਏ ਦੇ ਨਾਲ, ਜੋ ਚਾਹੁੰਦੇ ਆ ਉਹਨਾਂ ਦੀ ਰਾਏ ਦੇ ਨਾਲ ਯੂਨੀਅਨ ਨੂੰ ਚਲਾਵਾਂਗੇ ਤੇ ਬਹੁਤ ਵਧੀਆ। ਇੱਕ ਕੋਈ ਟਰੱਕ ਆਪਰੇਟਰ ਦਾ ਵਿਰੋਧ ਕੀਤਾ ਜਾ ਰਿਹਾ ਵੀ ਕਹਿੰਦੇ ਧੱਕੇ ਨਾਲ ਮਿਲ ਕੇ ਜਿਹੜੇ ਹੈਗੇ ਪ੍ਰਧਾਨ ਬਣੇ, ਕੀ ਕਹਿਣਾ ਚਾਹੋਗੇ? ਨਹੀਂ ਜੀ, ਟਰੱਕ ਆਪਰੇਟਰ ਸਾਰੇ ਸਾਡੇ ਸਹਿਮਤੀ ਆ, ਸਾਡੇ ਨਾਲ ਆ। ਉਹ ਕੁਝ ਅਕਾਲੀ ਕਾਂਗਰਸੀਆਂ ਦੇ ਸ਼ਰਾਰਤੀ ਬੰਦੇ ਆ ਜੋ ਭੜਕਾ ਰਹੇ ਸੀ ਇੱਥੇ। ਟਰੱਕ ਆਪਰੇਟਰ ਲਗਭਗ ਸਾਡੇ ਸਾਰੇ ਨਾਲ ਆ ਜੀ। ਹੁਣ ਤੁਹਾਡੇ ਨਾਲ ਸਾਰੇ ਸਹਿਮਤ ਹੈਗੇ? ਹਾਂਜੀ, ਸਾਰੇ ਸਹਿਮਤ ਆ ਜੀ। ਠੀਕ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ 1 ਦਿਨ ਦਾ ਵਿਸ਼ੇਸ਼ ਇਜਲਾਸ ਭਲਕੇ 1 ਅਪ੍ਰੈਲ ਨੂੰ ਬੁਲਾਇਆ ਗਿਆ ਹੈ। ਸਵੇਰੇ 10 ਵਜੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ ਹੋਵੇਗਾ, ਜਿਸ ਵਿੱਚ ਸੈਸ਼ਨ ਦੌਰਾਨ ਪੰਜਾਬ ਸਰਕਾਰ 2-3 ਬਿੱਲ ਪੇਸ਼ ਕਰ ਸਕਦੀ ਹੈ। ਇਹਨਾਂ ਵਿੱਚ ਇੱਕ ਰੈਂਕ 1 ਪੈਨਸ਼ਨ, ਸਕੂਲਾਂ ਦੀਆਂ ਫੀਸਾਂ ਤੇ ਚੰਡੀਗੜ੍ਹ ਮਾਮਲੇ ਬਾਰੇ ਬਿੱਲ ਪੇਸ਼ ਕੀਤਾ ਜਾ ਸਕਦੇ ਹਨ। ਇਸ ਇਜਲਾਸ ਬਾਰੇ ਜਾਣਕਾਰੀ ਟਵਿੱਟਰ ਤੇ ਸਾਂਝੀ ਕਰਦਿਆਂ ਸਪੀਕਰ ਕੁਲਤਾਰ ਸੰਧਵਾ ਨੇ ਲਿਖਿਆ, ਪੰਜਾਬ ਸਰਕਾਰ ਦੀ ਸਿਫਾਰਿਸ਼ ਤੇ 16ਵੀਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਦੁਬਾਰਾ ਸ਼ੁਰੂ ਕਰ ਰਹੇ ਹਾਂ। ਪੰਜਾਬ ਵਿਧਾਨ ਸਭਾ ਦਾ ਸਾਰੇ ਮਾਣਯੋਗ ਮੈਂਬਰ ਸ਼ੁੱਕਰਵਾਰ ਭਾਵ 1 ਅਪ੍ਰੈਲ ਨੂੰ 2022 ਨੂੰ ਸਵੇਰੇ 10 ਵਜੇ ਪਹਿਲੀ ਇਜਲਾਸ ਦੀ ਵਿਸ਼ੇਸ਼ ਬੈਠਕ ਵਿੱਚ ਹਾਜ਼ਰ ਹੋਣਗੇ।
ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪਾਰਟੀ ਦੇ ਸੰਸਦ ਮੈਂਬਰਾਂ ਨੇ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਖਿਲਾਫ ਵੀਰਵਾਰ ਨੂੰ ਸੰਸਦ ਨੇੜੇ ਧਰਨਾ ਦਿੱਤਾ। ਸੰਸਦ ਦੇ ਨੇੜੇ ਰੋਸ ਪ੍ਰਦਰਸ਼ਨ 'ਚ ਰਾਹੁਲ ਗਾਂਧੀ ਤੋਂ ਇਲਾਵਾ ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਤੇ ਕਈ ਹੋਰ ਸੰਸਦ ਮੈਂਬਰ ਨੇ ਹਿੱਸਾ ਲਿਆ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਸ਼ਾਇਰੀ ਅੰਦਾਜ਼ 'ਚ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਟਵੀਟ ਤੇ ਲਿਖਿਆ, ਫਕੀਰਾਂ ਤੋਂ ਸਵਾਲ ਨਾ ਪੁੱਛੋ, ਕੈਮਰੇ ਤੇ ਵੰਡੇ ਗਿਆਨ, ਜੁਮਾਲਿਆਂ ਨਾਲ ਭਰਿਆ ਝੋਲਾ ਲੈ ਕੇ ਲੁੱਟੇ ਭਾਰਤ। आज यहाँ हमारे कांग्रेस पार्टी के एमपीज और देश में हर स्टेट में, हर कैपिटल में, डिस्ट्रिक्ट्स और ब्लॉक्स में कांग्रेस पार्टी जो प्राइस राइज है और ख़ास तौर से जो पेट्रोल और डीजल की प्राइस राइज है उस पर एजिटेशन कर रही है। पिछले 10 दिन में 9 बार पेट्रोल और डीजल के प्राइसेस बढ़ाए गए हैं और इसकी चोट डायरेक्टली सबसे गरीब, मिडिल क्लास लोगों को पड़ती है। हमारी मांग है कि ये जो प्राइसेस बढ़ती जा रही हैं, महंगाई बढ़ती जा रही है और जो पेट्रोल और डीजल के दाम बढ़ते जा रहे हैं, इनको सरकार कंट्रोल करे और पेट्रोल और डीजल के दाम बढ़ाना बंद करे। तो इसलिए हम सब यहाँ आए हैं। पूरे देश में हमारा प्रोटेस्ट चलेगा, काफ़ी दिनों के लिए चलेगा। ਪੰਜਾਬ ਵਿੱਚ ਨਸ਼ਾ ਅੱਜ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਦਿਹਾਤੀ ਪਿੰਡ ਨਵਾਂ ਪਿੰਡ ਦਾ ਸਾਹਮਣੇ ਆਇਆ, ਜਿੱਥੇ ਕੁਝ ਸਮਾਂ ਪਹਿਲਾਂ ਕਾਲੂ ਨਾਮਕ ਨੌਜਵਾਨ ਵੱਲੋਂ ਨਸ਼ਾ ਵੇਚਣ ਦਾ ਕਾਰੋਬਾਰ ਕੀਤਾ ਜਾਂਦਾ ਸੀ, ਜਿਸ ਨੂੰ ਕਿ ਜਗਰੂਪ ਸਿੰਘ ਤੇ ਉਸਦੇ ਪਰਿਵਾਰ ਵੱਲੋਂ ਨਸ਼ਾ ਵੇਚਣ ਤੋਂ ਰੋਕਿਆ ਜਾਂਦਾ ਸੀ। ਅੱਜ ਉਸੇ ਪੁਰਾਣੇ ਰੰਜਿਸ਼ ਦੇ ਚੱਲਦਿਆਂ ਦੋਸ਼ੀ ਵੱਲੋਂ ਜਗਰੂਪ ਸਿੰਘ ਦੀ ਦੁਕਾਨ ਤੇ ਆ ਕੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਜਗਰੂਪ ਸਿੰਘ ਨਾਲ ਕੁੱਟਮਾਰ ਵੀ ਕੀਤੀ ਗਈ ਤੇ ਗੋਲੀਆਂ ਵੀ ਚਲਾਈਆਂ ਗਈਆਂ। ਇਸ ਦੌਰਾਨ ਜਗਰੂਪ ਜ਼ਖਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਉੱਥੇ ਹੀ ਪੁਲਿਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ। ਹਾਂਜੀ ਸਰ, ਕੀ ਮਾਮਲਾ ਸਾਰਾ ਜਿਹੜਾ ਝਗੜਾ ਹੋਇਆ ਜੀ? ਮੈਂ ਜਸਵਿੰਦਰ ਸਿੰਘ SHO ਤਰਸਿੱਕਾ, ਮੇਰੇ ਜੀ ਪਿੰਡ ਪੈਂਦਾ ਭੱਟੀ ਕੇ। ਮੈਨੂੰ ਇਨਫੋਰਮੇਸ਼ਨ ਮਿਲੀ ਹੈ ਭੱਟੀ ਕੇ ਕੋਈ ਝਗੜਾ ਹੋਇਆ। ਮੈਂ ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਾ ਵਾ ਤੇ ਮੈਂ ਇਮੀਡੀਏਟ ਆਪਣੇ ਨਾਲ ਥਾਣੇਦਾਰ ਸਾਹਿਬ ਨੂੰ ਲੈ ਕੇ ਮੈਂ ਇੱਥੇ ਆਇਆ ਵਾਂ। ਇੱਥੇ ਆਣ ਕੇ ਮੈਨੂੰ ਪਤਾ ਲੱਗਾ ਵੀ ਉਹਨਾਂ ਦਾ ਝਗੜਾ ਹੋਇਆ। ਕੋਈ ਪਹਿਲਾਂ ਵੀ ਝਗੜਾ ਹੋਇਆ ਸੀ, ਮੈਨੂੰ ਉਸ ਝਗੜੇ ਦਾ ਨਹੀਂ ਪਤਾ। ਜਿਹੜਾ ਝਗੜਾ ਅੱਜ ਹੋਇਆ ਵਾ ਉਹ ਮੈਨੂੰ ਇਹਨਾਂ ਦੱਸਿਆ ਵਾ ਵੀ ਮੈਂ ਆਪਣੀ ਦੁਕਾਨ ਤੇ ਕੰਮ ਕਰਦਾ ਸੀਗਾ ਤੇ ਮੈਨੂੰ ਮੇਰੀ ਦੁਕਾਨ ਤੇ ਆਣ ਕੇ ਬੰਦੇ ਪੈ ਗਏ ਆ ਤੇ ਮੈਂ ਹੁਣ ਇਸ ਸੰਬੰਧੀ ਡਾਕਟਰ ਸਾਹਿਬ ਕੋਲ ਰਿਪੋਰਟ ਲੈਣ ਲੱਗਾ ਵਾਂ। ਉਹ MLR ਕੱਟਣਗੇ ਇਹਨਾਂ ਦੀ, ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਕਾਨੂੰਨੀ ਕਾਰਵਾਈ। ਮੁਦਈ ਦਾ ਕਹਿਣਾ ਕਿ ਉਹ ਨਸ਼ਾ ਵੇਚਦੇ ਨੇ ਚਿੱਟਾ, ਤਾਂ ਇਸ ਲਈ ਉਹ ਸਾਡੇ ਗੱਲ ਪਏ ਨੇ। ਇਸ ਗੱਲ ਦਾ ਮੈਨੂੰ ਜਿਹੜੀ ਇਹ ਗੱਲ ਦੱਸਦੇ ਆ, ਪਹਿਲਾਂ ਝਗੜਾ ਹੋਇਆ, ਕਿਸ ਗੱਲ ਤੋਂ ਝਗੜਾ ਹੋਇਆ, ਇਸ ਗੱਲ ਦਾ, ਇਸ ਵਕੂਏ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ, ਕਿਉਂਕਿ ਮੇਰੇ ਥਾਣੇ ਦੇ ਅਧੀਨ ਨਹੀਂ ਪੈਂਦਾ। ਜਿਹੜੀ ਚੌਂਕੀ ਦੀ ਗੱਲ ਕਰਦੇ ਆ ਉਹ ਚੌਂਕੀ ਥਾਣੇ ਜੰਡਿਆਲੇ ਦੇ ਅਧੀਨ ਪੈਂਦੀ ਆ। ਮੈਨੂੰ ਉਸ ਵਾਰਦਾਤ ਦਾ ਕੋਈ ਵੀ ਜਾਣਕਾਰੀ ਨਹੀਂ ਆ। ਜਿਹੜੀ ਆਹ ਵਾਰਦਾਤ ਹੋਈ ਆ, ਜਿਹੜਾ ਇਹਨਾਂ ਦਾ ਅੱਜ ਝਗੜਾ ਹੋਇਆ ਵਾ, ਉਸ ਸੰਬੰਧੀ ਮੈਨੂੰ ਪਤਾ ਲੱਗਾ ਮੈਂ ਤੇ ਉਹਦੀ ਕਾਰਵਾਈ ਕਰਨ ਵਾਸਤੇ ਇੱਥੇ ਆਇਆ ਵਾਂ। ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਵਾਂ, ਉਹ ਵੀ ਤੁਹਾਨੂੰ 10-15 ਮਿੰਟ ਤੱਕ ਜਦੋਂ ਇਹਦੀ MLR ਮਿਲ ਜਾਂਦੀ ਤੁਹਾਨੂੰ ਮੈਂ ਦੱਸ ਦੇਣਾ ਕਿਹੜੀ ਸੈਕਸ਼ਨ ਤਹਿਤ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਤੇ ਕਿਹਦੇ ਖਿਲਾਫ ਦਰਜ ਕੀਤਾ ਜੀ। ਅੱਜ ਦੀ ਲੜਾਈ ਦੇ ਵਿੱਚ ਕੋਈ ਗੋਲੀ ਚੱਲਣ ਦਾ ਵੀ ਮਾਮਲਾ? ਬਿਲਕੁਲ ਨਹੀਂ। ਉੱਥੇ ਜਾ ਕੇ ਆਇਆ, ਮੌਕਾ ਤੇ ਵੇਖ ਕੇ ਆਇਆ ਮੈਂ ਜੀ, ਸਾਰਾ ਕਿ ਮੌਕੇ ਤੋਂ ਤਸੱਲੀ ਕਰਕੇ ਆਂਢ ਗੁਆਂਢ ਤੋਂ ਪਤਾ ਕਰਕੇ ਆਇਆ। ਉਹ ਕਹਿੰਦੇ ਝਗੜਾ ਜ਼ਰੂਰ ਹੋਇਆ ਜਿਨ੍ਹਾਂ ਦਾ, ਤੇ ਬਟ ਕੋਈ ਕੀ ਗੋਲੀ ਚੱਲਣ ਸੰਬੰਧੀ ਕੋਈ ਗੱਲ ਨਹੀਂ ਹੋਈ। ਸਰ, ਕੋਈ ਉੱਥੇ ਮੁਲਾਜ਼ਮ ਵੀ ਇੱਕ ਕੈਦ ਕੀਤਾ ਗਿਆ ਪਿੰਡ ਵਾਲਿਆਂ ਵੱਲੋਂ? ਨਹੀਂ, ਮੈਨੂੰ ਨਹੀਂ ਪਤਾ ਇਹ ਗੱਲ ਦਾ। ਮੇਰੇ ਥਾਣੇ ਦਾ ਕੋਈ ਵੀ ਕਰਮਚਾਰੀ ਨਾਲ ਕਿਸੇ ਕਰਮਚਾਰੀ ਨਾਲ ਕੋਈ ਗੱਲ ਨਹੀਂ ਹੋਈ, ਨਾ ਮੈਨੂੰ ਕੋਈ ਜਾਣਕਾਰੀ। ਇਹਨਾਂ ਵੱਲੋਂ ਨਾਂ ਦੱਸਿਆ ਕਿ ਕੋਈ ਤੁਹਾਨੂੰ? ਮੈਂ ਤੁਹਾਨੂੰ ਉਹੀ ਦੱਸਿਆ ਨਾ, ਪਹਿਲਾਂ ਡਾਕਟਰ ਸਾਹਿਬ ਤੋਂ ਪੁੱਛੂੰਗਾ ਵੀ ਇਹ ਬਿਆਨ ਦੇਣ ਦੇ ਕਾਬਲ ਨੇ। ਜੇ ਡਾਕਟਰ ਸਾਹਿਬ ਕਹਿਣਗੇ ਬਿਆਨ ਦੇਣ ਦੇ ਕਾਬਲ ਨੇ, ਫਿਰ ਮੈਂ ਇਹਨਾਂ ਦਾ ਬਿਆਨ ਲਿਖਾਂਗਾ ਤੇ ਬਿਆਨ ਦੌਰਾਨ ਤੁਹਾਨੂੰ ਮੈਂ ਦੱਸ ਦਵਾਂ ਕਿਹਦੇ ਖਿਲਾਫ ਕਾਰਵਾਈ ਕਰਨ ਵਾਸਤੇ ਨਾ ਦੱਸਿਆ। ਉਹਨਾਂ ਨੇ ਬਿਆਨ ਦਿੱਤੇ ਸਾਨੂੰ, ਉਹਨਾਂ ਨੇ ਕਿਹਾ ਵਾ। ਜੇ ਤੁਹਾਨੂੰ ਦੱਸਿਆ ਮੇਰੇ ਵੀਰ, ਮੈਂ ਤੁਹਾਨੂੰ ਦੱਸਿਆ ਵੀ ਮੈਂ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗਾ। ਪਹਿਲਾਂ ਡਾਕਟਰ ਸਾਹਿਬ ਤੋਂ ਲਿਖਤੀ ਰਾਏ ਲਵਾਂਗਾ ਵੀ ਇਹ ਬਿਆਨ ਦੇਣ ਦੇ ਕਾਬਲ ਆ, ਮੈਂ ਇਹਦੇ ਬਿਆਨ ਲਿਖ ਸਕਦਾ। ਜੇ ਇੱਕ ਮਿੰਟ ਮੇਰੇ ਵੀਰ, ਜੇ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਤੁਸੀਂ ਬਿਆਨ ਲਿਖ ਲਓ, ਫਿਰ ਮੈਂ ਬਿਆਨ ਲਿਖ ਕੇ ਤੁਹਾਨੂੰ ਦੱਸ ਦੇਵਾਂਗਾ ਵੀ ਇਹਨਾਂ ਨੇ ਕਿਹੜੇ ਆਦਮੀ ਦੇ ਖਿਲਾਫ ਕਾਰਵਾਈ ਕਰਨ ਦੇ ਬਿਆਨ ਦਿੱਤੇ, ਤੁਹਾਨੂੰ ਦੱਸ ਦੇਵਾਂਗਾ ਮੈਂ ਜੀ। ਜੇਕਰ ਕੋਈ ਆਰੋਪੀ ਸਾਹਮਣੇ ਆਉਂਦਾ ਤਾਂ ਗ੍ਰਿਫਤਾਰ ਕੀਤਾ ਜਾਵੇਗਾ? ਹਾਂਜੀ, ਜੇਕਰ ਕੋਈ ਆਰੋਪੀ ਸਾਹਮਣੇ 100%।
ਰਾਜ ਸਭਾ ਤੋਂ ਸੇਵਾ ਮੁਕਤ ਹੋ ਰਹੇ 72 ਮੈਂਬਰਾਂ ਨੂੰ ਅੱਜ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸੇਵਾ ਮੁਕਤ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜ ਸਭਾ ਦੇ ਚੇਅਰਮੈਨ ਐਮ ਵੈਂਕੂ ਨਾਇਡੂ, ਉਪ ਚੇਅਰਮੈਨ ਹਰੀਵੰਸ਼ ਅਤੇ ਲੋਕ ਸਭਾ ਸਪੀਕਰ ਉਪ ਬਿਰਲਾ ਨਾਲ ਫੋਟੋ ਖਿਚਵਾਉਣ ਲਈ ਪੋਜ਼ ਵੀ ਦਿੱਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਦੇ 72 ਸੇਵਾ ਮੁਕਤ ਮੈਂਬਰਾਂ ਦੀ ਵਿਦਾਇਗੀ ਮੌਕੇ ਰਾਜ ਸਭਾ ਵਿੱਚ ਸੰਬੋਧਨ ਕੀਤਾ। ਕਿਹਾ ਕਿ ਸਾਡੇ ਰਾਜ ਸਭਾ ਮੈਂਬਰਾਂ ਕੋਲ ਕਾਫੀ ਤਜਰਬਾ ਹੈ, ਕਈ ਵਾਰ ਅਨੁਭਵ ਗਿਆਨ ਨਾਲੋਂ ਜ਼ਿਆਦਾ ਤਾਕਤ ਰੱਖਦਾ ਹੈ। ਅਸੀਂ ਸੇਵਾ ਮੁਕਤ ਮੈਂਬਰਾਂ ਨੂੰ ਦੁਬਾਰਾ ਸਦਨ ਵਿੱਚ ਆਉਣ ਲਈ ਕਹਾਂਗੇ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਜ਼ਾਦੀ ਦਾ ਅੰਮ੍ਰਿਤ ਤਿਉਹਾਰ 'ਚ ਭਾਗ ਲੈਣ ਲਈ ਸਭ ਨੂੰ ਸੱਦਾ ਦਿੱਤਾ ਜਾਵੇਗਾ। आदरणीय सभापति जी, आपने वक्ताओं के लिए काफ़ी सीमाएं बांधी है। मेरी कोशिश रहेगी उन सीमाओं का पालन करते हुए अपनी भावनाओं को अभिव्यक्त करूं। वैसे हमारे यहाँ विदाई समारंभ तो है ही है, जा रहे हैं साथी, लेकिन जैसे बंगाली में कहते हैं आमी आशी या गुजराती में कहते हैं आवजो, कम अगेन। वैसे कहते तो बाय बाय, लेकिन कहते कम अगेन। तो एक प्रकार से हम तो यही चाहेंगे, कम अगेन, ताकि जैसा सभापति जी ने कहा कि इतने इतने अनुभव जिनके साथ जुड़े हुए हैं, 5 टर्म 4 टर्म 3 टर्म इतने समय से, यानी एक बहुत बड़ी मात्रा में अनुभव का संपुट हमारे इन सभी महानुभावों के पास है। और कभी कभी ज्ञान से ज्यादा अनुभव की ताकत होती है। एकेडमिक नॉलेज की कभी कभी बहुत सीमाएं होती है, वो सेमिनार में काम आता है, लेकिन अनुभव से जो प्राप्त हुआ होता है उसमें समस्याओं के समाधान के लिए सरल उपाय होते हैं, उसमें नयापन के लिए अनुभव का मिश्रण होने के कारण गलतियां कम से कम होती हैं। और इस अर्थ में अनुभव का अपना एक बहुत बड़ा महत्व होता है। और जब ऐसे अनुभवी साथी सदन से जाते हैं तो बहुत बड़ी कमी सदन को होती है, राष्ट्र को होती है। आने वाली पीढ़ियों के लिए जो निर्णय होने वाले हैं उसमें कुछ कमी रह जाती है। और इसलिए जब अनुभवी लोग जाते हैं उनके लिए यहां बहुत कहा जाएगा, लेकिन जब अनुभवी नहीं यहाँ है तब जो है उनकी जिम्मेवारी जरा और बढ़ जाती है। वो जो अनुभव की गाथा यहाँ छोड़ के गए हैं, जो बाकी यहाँ रहने वाले हैं, उनको उसको आगे बढ़ाना होता है। और जब वो आगे बढ़ाते हैं तो सदन की ताकत को कभी कमी महसूस नहीं होती है। और मुझे विश्वास है कि आप जो साथी आज विदाई लेने वाले हैं उनसे हम जो सभी सीखे हैं, आज हम भी संकल्प करें उसमें से जो भी उत्तम है, जो श्रेष्ठ है, उसको हम आगे बढ़ाने में इस सदन की पवित्र जगह का जरूर हम उपयोग करेंगे, और ताकि देश को समृद्धि में बहुत काम आएगा। एक लंबा समय हम इस 4 दीवारों के बीच में बिताते हैं। हिंदुस्तान के हर कोने की भावनाओं का यहाँ प्रतिबिंब, अभिव्यक्ति, वेदना, उमंग, सब कुछ यहाँ पर एक प्रवाह बहता रहता है। और उस प्रवाह को हम भी अनुभव करते रहते हैं। लेकिन कभी हमको लगता होगा कि मैंने इस सदन में बहुत कुछ कंट्रीब्यूट किया, बहुत सच्चाई है, लेकिन साथ साथ इस सदन ने भी हमारे जीवन में बहुत कुछ कंट्रीब्यूट किया। हम सदन को देकर के जाते हैं, उससे ज्यादा सदन से लेकर के जाते हैं, क्योंकि
भारत की विविधताओं से भरी हुई सामाजिक व्यवस्थाओं से, अनेक प्रकार के उतार चढ़ाव वाली व्यवस्थाओं से निकली हुई चीजें, उसको हम प्रतिदिन अनुभव करते हैं सदन में। और इसलिए मैं आज यही कहूंगा कि भले हम इन 4 दीवारों से निकल रहे हैं, लेकिन इस अनुभव को राष्ट्र के सर्वोत्तम हित के लिए चारों दिशाओं में ले जाएं, चारों दीवारों में पाया हुआ चारों दिशाओं में ले जाएं, ये हम सबका संकल्प रहे। और हमारी ये भी कोशिश रहे कि सदन में अपने कालखंड में जो महत्वपूर्ण चीजें हमने कंट्रीब्यूट की हैं, जिसने देश को शेप दिया, देश की दिशा को मोड़ा है, मैं चाहूंगा उन स्मृतियों को आप कहीं न कहीं शब्दबद्ध करें, कहीं न कहीं लिखें, ताकि कभी न कभी वो आने वाली पीढ़ियों को रेफरेंस के रूप में काम आएगी। कहीं पर भी हम बैठे हो, यहाँ हो या वहाँ हो, लेकिन हर एक ने अपने तरीके से कुछ न कुछ ऐसा कंट्रीब्यूशन किया होगा जिसने देश को दिशा देने में बहुत बड़ी भूमिका अदा की। इसको अगर हम संग्रहित करेंगे, मैं समझता हूं कि ऐसा मूल्यवान खजाना हमारे पास काम आएगा जो आने वाले लोगों के लिए काम आ सकता है, यानी एक इंस्टीट्यूशनलाइज व्यवस्था के तहत उसका उपयोग हो सकता है। उसी प्रकार से मैं ये भी चाहूंगा, ये आजादी का अमृत महोत्सव है, आजादी के 75 साल हुए हैं। हमारे महापुरुषों ने देश के लिए बहुत कुछ दिया, अब देने की जिम्मेवारी हमारी है। हम यहां से उस भाव को लेकर के, क्योंकि अब थोड़ा समय ज्यादा होगा हमारे पास, जब यहां से जा रहे हैं तो सभापति जी का बंधन भी नहीं होगा तो आप बड़े खुले मन से एक बड़े मंच पर जाकर के आजादी के अमृत महोत्सव के इस महामूल्य पर्व को माध्यम बना करके आने वाली पीढ़ियों को कैसे प्रेरित कर सकते हैं, उसमें अगर आपका योगदान रहेगा, मैं समझता हूं देश को बहुत बड़ी ताकत मिलेगी, बहुत बड़ा लाभ मिलेगा। मैं सभी साथियों को, मैं इंडिविजुअली उल्लेख नहीं कर रहा हूं, सभापति जी ने कहा है कि व्यक्तिगत मिले तो कह देना, तो मैं व्यक्तिगत जरूर कोशिश करूंगा। आप सबको अपनी अच्छी अच्छी बातें बताऊंगा, आपकी जो अच्छी बातें हैं उसको मैं जरूर नोटिस करता हूं। मैं फिर एक बार आप सबको बहुत बहुत शुभकामनाएं देता हूं। धन्यवाद। ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ਚੋਂ ਕੱਢਣ ਲਈ ਆਪਣੇ ਘਰ ਜ਼ਮੀਨਾਂ, ਗਹਿਣੇ, ਤਰਖਾੜੀ ਮੁਲਕਾਂ 'ਚ ਮਿਹਨਤ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ 'ਚ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਡਾਕਟਰ ਐਸਪੀ ਸਿੰਘ ਉਬਰਾਏ ਦੇ ਯਤਨਾਂ ਸਦਕਾ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਪਿੰਡ ਉਗਰਾਵਾਲ ਨਾਲ ਸੰਬੰਧਿਤ 22 ਸਾਲਾ ਸੁਖਬੀਰ ਸਿੰਘ ਪੁੱਤਰ ਬਿਕਰਮਜੀਤ ਸਿੰਘ ਅਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਨੇੜਲੇ ਪਿੰਡ ਗੋਪਾਲਪੁਰ ਦੇ 25 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਦੇ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਰਾਜਾ ਸਾਂਸੀ ਵਿਖੇ ਪਹੁੰਚੇ। ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਉਬਰਾਏ ਨੇ ਦੱਸਿਆ ਕਿ ਸੁਖਬੀਰ ਪਰਿਵਾਰ ਦੀ ਆਰਥਿਕ ਹਾਲਾਤ ਨੂੰ ਸੁਧਾਰਨ ਦੀ ਕੋਸ਼ਿਸ਼ ਕੁਝ ਵਰੇ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ। बीती 6 मार्च ਨੂੰ यानी कि बीती 6 मार्च ਨੂੰ ਸਮੁੰਦਰ ਦੇ ਕੰਢੇ ਤੇ ਮ੍ਰਿਤਕ ਦੇਹ ਮਿਲੀ ਸੀ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਗੁਰਪ੍ਰੀਤ ਸਿੰਘ ਬੀਤੀ 7 ਮਾਰਚ ਨੂੰ ਅਚਾਨਕ ਆਪਣੇ ਬਜ਼ੁਰਗ ਮਾਪਿਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ ਸੀ। ਉਹਨਾਂ ਦੱਸਿਆ ਕਿ ਦੋਵਾਂ ਪੀੜਤ ਪਰਿਵਾਰਾਂ ਨੂੰ ਟਰਸਟ ਦੀਆਂ ਗੁਰਦਾਸਪੁਰ ਅਤੇ ਪਟਿਆਲਾ ਟੀਮਾਂ ਰਾਹੀਂ ਉਹਨਾਂ ਨਾਲ ਸੰਪਰਕ ਕਰਕੇ ਆਪਣੇ ਬੇਵਸੀ ਦਾ ਹਵਾਲਾ ਦਿੰਦਿਆਂ ਉਕਤ ਨੌਜਵਾਨਾਂ ਦੇ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਦੀਆਂ ਦੇਹਾਂ ਨੂੰ ਵਾਪਸ ਦੇਸ਼ ਮੰਗਵਾਇਆ ਗਿਆ। ਮੇਰਾ ਨਾਮ ਸਹਿਜਪਾਲ ਸਿੰਘ ਹੈ ਜੀ ਤੇ ਅਸੀਂ ਪਿੰਡ ਗੋਪਾਲਪੁਰ ਜ਼ਿਲ੍ਹਾ ਪਟਿਆਲੇ ਤੋਂ ਰਹਿਣ ਵਾਲੇ ਹਾਂ ਤੇ ਅੱਜ ਤੋਂ ਤਕਰੀਬਨ ਮਹੀਨਾ ਪਹਿਲਾਂ 7 ਤਰੀਕ ਨੂੰ ਸਾਨੂੰ ਪਤਾ ਲੱਗਾ ਸੀਗਾ ਕਿ ਸਾਡੇ ਭਤੀਜਾ ਜੋ ਗੁਰਪ੍ਰੀਤ ਸਿੰਘ ਸੀ ਕਾਰੋਬਾਰ ਕਰਨ ਲਈ ਦੁਬਈ ਗਿਆ ਸੀਗਾ, ਉਹਦੀ ਸਾਇਲੈਂਟ ਅਟੈਕ ਦੇ ਨਾਲ ਮੌਤ ਹੋ ਗਈ ਸੀਗੀ ਜੀ। ਤੇ ਉਸ ਤੋਂ ਬਾਅਦ ਸਾਨੂੰ ਕੋਈ ਰਾਹ ਨਹੀਂ ਸੀ ਦੇਖ ਰਿਹਾ ਵੀ ਅਸੀਂ ਕਿੱਧਰ ਨੂੰ ਜਾਈਏ। ਫਿਰ ਸਾਨੂੰ ਕਿਸੇ ਨੇ ਦੱਸਿਆ ਕਿ ਐਸਪੀ ਉਬਰਾਏ ਸਾਹਿਬ ਨੂੰ ਜਾ ਕੇ ਮਿਲੋ ਤੇ ਉਹ ਤੁਹਾਡਾ ਹੱਲ ਕਰਨਗੇ। ਉਸੇ ਦਿਨ ਹੀ 7 ਤਰੀਕ ਨੂੰ ਸਾਨੂੰ ਪਤਾ ਲੱਗਾ। 8 ਤਰੀਕ ਅਸੀਂ ਉਹਨਾਂ ਦੇ ਦਫ਼ਤਰ
ਅਰਬਨ ਸਟੇਟ ਵਿਜ਼ਿਟ ਕੀਤਾ। ਮੈਂ ਸੀ ਤੇ ਮੇਰਾ ਭਾਂਜਾ ਸੀਗਾ ਨਾਲ। ਉੱਥੋਂ ਸਟਾਫ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਤੇ ਐਸਪੀ ਸਾਹਿਬ ਨਾਲ ਉਹਨਾਂ ਦੇ ਸਟਾਫ ਨੇ ਗੱਲ ਕੀਤੀ। ਹਾਲਾਂਕਿ ਉਹਨਾਂ ਦੀ ਵੀ ਪਤਨੀ ਉਸ ਟਾਈਮ ਬਹੁਤ ਢਿੱਲੇ ਸੀਗੇ ਤੇ ਪੀਜੀਆਈ ਦਾਖਲ ਸੀਗੇ, ਪਰ ਉਹਨਾਂ ਨੇ ਆਪਣੇ ਕੰਮ ਨੂੰ ਆਪਣੀ ਲਾਈਫ ਦੇ ਵਿੱਚ ਵੀ ਇੰਨੀ ਟੈਨਸ਼ਨ ਹੋਣ ਦੇ ਬਾਵਜੂਦ ਵੀ ਸਾਡੀ ਸੁਣੀ ਤੇ ਸਾਨੂੰ ਪੂਰਾ ਭਰੋਸਾ ਦਿੱਤਾ। ਉਹਨਾਂ ਦੇ ਪੀਏ ਸਾਹਿਬ ਨਾਲ ਗੱਲ ਕਰਾਈ ਗਈ ਤੇ ਸਾਰੀ ਕਾਰਵਾਈ ਉਹਨਾਂ ਨੇ ਕੀਤੀ ਹੈ, ਜੋ ਕਿ ਅਸੀਂ ਉਹਨਾਂ ਦਾ ਰਿਣ ਨਹੀਂ ਦੇ ਸਕਦੇ। ਤੇ ਅੱਜ ਸਾਡੇ ਜੋ ਭਤੀਜਾ ਬਾਹਰ ਪੂਰਾ ਹੋ ਗਿਆ ਸੀਗਾ, ਉਹਦੀ ਡੈੱਡ ਬੋਡੀ ਅੱਜ ਸਾਨੂੰ ਸੌਂਪਣ ਵਾਸਤੇ ਪਹੁੰਚੇ ਹੋਏ ਨੇ। ਅਸੀਂ ਸਦਾ ਹੀ ਉਹਨਾਂ ਦੇ ਰਿਣੀ ਰਹਾਂਗੇ, ਕਿਉਂਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਕਮਾਉਣ ਲਈ ਜਾਂਦੇ ਨੇ ਤੇ ਪੂਰੇ ਹੋ ਜਾਂਦੇ ਨੇ, ਪਰ ਵਾਪਸ ਆਉਣ ਦਾ ਕੋਈ ਸਾਨੂੰ ਜ਼ਰੀਆ ਨਹੀਂ ਮਿਲਿਆ। ਤੇ ਅਸੀਂ ਐਸਪੀ ਓਬਰਾਏ ਸਾਹਿਬ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਪਾਕਿਸਤਾਨ ਦੇ ਜ਼ਿਲ੍ਹਾ ਜੈਮਲ ਵਿਚਲੇ ਇਤਿਹਾਸਕ ਰੋਹਤਾਸ਼ ਕਿਲੇ 'ਚ ਸਥਾਪਿਤ ਦੇਸ਼ ਦੀ ਵੰਡ ਤੋਂ ਬਾਅਦ ਤੋਂ ਬੰਦ ਪਏ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਚੌਹਾਂ ਸਾਹਿਬ ਦੀ ਨਵ ਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਅੱਜ ਸਵੇਰੇ ਅਰਦਾਸ ਤੋਂ ਬਾਅਦ ਉਕਤ ਯਾਦਗਾਰ ਦਾ ਉਦਘਾਟਨ ਦੁਪਹਿਰੇ 1ਵੀਂ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾਕਟਰ ਆਮਿਰ ਅਹਿਮਦ ਵੱਲੋਂ ਕੀਤਾ ਗਿਆ। ਇਸ ਬਾਰੇ ਅਜੀਤ ਨਾਲ ਜਾਣਕਾਰੀ ਸਾਂਝੀ ਕਰਦਿਆਂ PSPC ਪ੍ਰਧਾਨ ਅਮੀਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨਾਲ ਸੰਬੰਧਿਤ ਗੁਰਦੁਆਰਾ ਚੌਹਾਂ ਸਾਹਿਬ ਦੀ ਨਵ ਉਸਾਰੀ ਰਣਜੀਤ ਨਗਾਰਾ ਫਾਊਂਡੇਸ਼ਨ ਵੱਲੋਂ ਆਰਕੀਟੈਕਟ ਬੀਬੀ ਰਬਾਬ ਚਿਸ਼ਤੀ ਅਤੇ ਹੋਰਨਾਂ ਮਾਹਿਰਾਂ ਦੀ ਦੇਖਰੇਖ 'ਚ ਬਿਨਾਂ ਪੁਰਾਣੇ ਢਾਂਚੇ ਨਾਲ ਛੇੜਛਾੜ ਕੀਤੀ ਮੁਕੰਮਲ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਇਲਾਵਾ ਇਤਿਹਾਸਕ ਸਰੋਵਰ ਦੀ ਵੀ ਸੇਵਾ ਮੁਕੰਮਲ ਕਰ ਲਈ ਗਈ ਹੈ। ਹਾਲਾਂਕਿ ਇਸ ਅਸਥਾਨ ਦੀ ਅੰਦਰ ਫਿਲਹਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ। ਦੇਸ਼ ਅੰਦਰ ਹਰ ਰੋਜ਼ ਹਜ਼ਾਰਾਂ ਹੀ ਵਹੀਕਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ, ਪਰ ਜੇਕਰ ਪੁਲਿਸ ਮੁਸਤੈਦ ਹੋਵੇ ਤਾਂ ਹਰ ਚੋਰ ਨੂੰ ਫੜ ਕੇ ਸਲਾਖਾਂ ਪਿੱਛੇ ਪਹੁੰਚਾ ਸਕਦੀ ਹੈ। ਇਸ ਤਰ੍ਹਾਂ ਹੀ ਕਰ ਵਿਖਾਏ ਨਾਭਾ ਸਦਰ ਦੀ ਪੁਲਿਸ ਨੇ, ਜਿੱਥੇ 4 ਚੋਰਾਂ ਨੂੰ ਪੁਲਿਸ ਨੇ ਚੋਰੀ ਦੀ ਇੱਕ ਆਲਟੋ ਕਾਰ ਅਤੇ 2 ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚੋਂ 2 ਚੋਰ ਅਤੇ 2 ਕਬਾੜੀਏ ਹਨ, ਜੋ ਕਿ ਵੱਖ-ਵੱਖ ਸ਼ਹਿਰਾਂ ਤੋਂ ਚੋਰੀ ਕਰਕੇ ਸਮਾਨ ਕਬਾੜੀਏ ਨੂੰ ਵੇਚ ਦਿੰਦੇ ਹਨ। ਇਸ ਮੌਕੇ ਨਾਭਾ ਸਦਰ ਪੁਲਿਸ ਦੇ SHO ਗਗਨਦੀਪ ਸਿੰਘ ਨੇ ਦੱਸਿਆ ਕਿ 2 ਚੋਰ ਇਹ ਆਪਸ ਵਿੱਚ ਜੀਜਾ ਸਾਲੇ ਹਨ ਅਤੇ 2 ਕਬਾੜੀਏ ਹਨ, ਉਹ ਵੀ ਜੀਜਾ ਸਾਲੇ ਹਨ ਅਤੇ ਇਹਨਾਂ ਖਿਲਾਫ ਅਸੀਂ ਚੋਰਾਂ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਸੀਂ ਤਾਂ ਕੁੱਲ 4 ਚੋਰ ਫੜੇ ਨੇ ਹੁਣ ਤੱਕ, ਜਿਨ੍ਹਾਂ ਦੇ ਵਿੱਚੋਂ 2 ਤਾਂ ਚੋਰ ਸੀ। ਇੱਕ ਤਾਂ ਸ਼ੱਬੂ ਸਨ ਆਫ ਸਤਪਾਲ ਤੇ ਦੂਸਰਾ ਰਾਹੁਲ ਉਰਫ ਨੋਨਾ। ਇਹ ਆਪਸ ਦੇ ਵਿੱਚ ਜੀਜਾ ਸਾਲਾ ਨੇ, ਜੋ ਦੋਨੇ ਆਪਸ ਚੋਰੀਆਂ ਕਰਦੇ ਸੀ। ਚੋਰੀਆਂ ਮੇਨ ਸ਼ੱਬੂ ਕਰਦਾ ਸੀ, ਨੋਨਾ ਉਹਦੇ ਨਾਲ ਮਿਲ ਕੇ ਅੱਗੇ ਕਿੰਨਾ ਕਬਾੜੀਆ ਸੀ ਕੁਲਦੀਪ ਰਾਮ ਉਰਫ ਸ਼ੰਮਾ, ਉਹਨਾਂ ਦੀ ਦੁਕਾਨ 'ਤੇ ਜਾਂ ਕਿਸੇ ਹੋਰ ਕਬਾੜੀ ਦੀ ਦੁਕਾਨ 'ਤੇ ਜਾ ਕੇ ਇਹ ਚੀਜ਼ਾਂ ਵੇਚਦੇ ਸੀ ਮੋਸਟਲੀ। ਅਤੇ ਇਹਨਾਂ ਵੱਲੋਂ ਮਤਲਬ ਇਹਨਾਂ ਨੇ 4 ਤਕਰੀਬਨ ਹੁਣ ਤੱਕ ਆਪਣੇ ਉਹਦੇ ਵਿੱਚ 4 ਚੋਰੀਆਂ ਆਈਆਂ ਨੇ, ਜੋ ਮੇਨ ਨੇ 2 ਗੱਡੀਆਂ ਅਤੇ 4 ਮੋਟਰਸਾਈਕਲ। 2 ਗੱਡੀਆਂ ਕਿਹੜੀਆਂ ਸੀ? ਗੱਡੀਆਂ 2 ਆਲਟੋ ਨੇ। ਇੱਕ ਆਲਟੋ ਤਾਂ ਆਪਾਂ ਨੇ ਮੌਕੇ 'ਤੇ ਬਰਾਮਦ ਕਰ ਲਈ, ਜੋ ਇਹਨਾਂ ਨੇ ਇੱਕ ਆਲਟੋ ਇਹਨਾਂ ਨੇ ਕਿਸੇ ਹੋਰ ਕਬਾੜੀ ਨੂੰ ਵੇਚ ਕੇ ਉਹਨੂੰ ਸਕ੍ਰੈਪ ਦੇ ਵਿੱਚ ਢਾਲਤਾ। ਜਿਹੜੇ ਕਬਾੜੀ ਵੀ ਨਾਲ ਮਿਲੇ ਹੋਏ ਸੀ? ਹਾਂਜੀ ਕਬਾੜੀਏ ਮਿਲੇ ਹੋਏ ਨੇ। ਕਬਾੜੀਏ 2 ਨੇ, ਇਹਨਾਂ ਦੇ ਵਿੱਚ ਕੁਲਦੀਪ ਰਾਮ ਉਰਫ ਸ਼ੰਮਾ ਤੇ ਇੱਕ ਭਜਨ ਰਾਮ ਸਨ ਆਫ ਜੰਗੀਰਾ ਵਾਸੀ 64 ਦਾ। ਇਹ ਕਿੱਥੇ ਚੋਰੀਆਂ ਕਰਦੇ ਸੀਗੇ? ਚੋਰੀਆਂ ਅਸਲ 'ਚ ਜਿਹੜੀ ਇੱਕ ਆਲਟੋ ਆਪਾਂ ਨੂੰ ਬਰਾਮਦ ਹੋਈ ਆ, ਉਹ ਤਾਂ ਧੂਰੀ ਦੇ ਕਿਸੇ ਪਰਸਨ ਦੀ ਆ, ਸੰਜੀਵ ਕੁਮਾਰ ਸਨ ਆਫ ਸ਼ੀਸ਼ਪਾਲ ਵਾਸੀ ਚੌਧਰੀਆਂ ਮਹੱਲਾ ਧੂਰੀ ਤੋਂ ਚੋਰੀ ਕਰੀ ਆ। ਜਿਹੜੀ ਦੂਸਰੀ ਆਲਟੋ ਜਿਹੜੀ ਇਹਨਾਂ ਨੇ ਸਕ੍ਰੈਪ ਦੇ ਵਿੱਚ ਉਹ ਕਰਤੀ, ਉਹ ਇਹਨਾਂ ਨੇ ਸੁਨਾਮ ਤੋਂ ਚੋਰੀ ਕਰੀ ਸੀ। ਤੇ ਹੁਣ ਕਿੰਨੇ ਟੋਟਲ ਗ੍ਰਿਫਤਾਰ ਕੀਤੇ ਗਏ ਨੇ? ਇਹ ਹੁਣ ਤੱਕ 4 ਗ੍ਰਿਫਤਾਰ ਕਰ ਲਏ, ਬਾਕੀ ਇਨਵੈਸਟੀਗੇਸ਼ਨ ਜਾਰੀ ਆ। ਕੁਝ ਕਬਾੜੀਆਂ ਦਾ ਹੋਰ ਸ਼ਾਇਦ ਨਾਮ ਆਉਣ ਦੀ ਸੰਭਾਵਨਾ, ਉਹਨਾਂ ਦੇ ਅਗਲੀ ਇਨਵੈਸਟੀਗੇਸ਼ਨ 'ਚ ਤਫਤੀਸ਼ ਜਿੱਦਾਂ ਵੀ ਹੋਏਗੀ ਮੁਕੰਮਲ ਕੀਤੀ। ਇਹ ਪਤਾ ਕਿਵੇਂ ਲੱਗਿਆ ਕਿਸ ਦੇ ਬਿਆਨਾਂ 'ਤੇ ਸਾਰੀ ਗੱਲ? ਇਹ ਅਸਲ ਦੇ ਵਿੱਚ ਸਾਡੇ ASI ਜੈ ਪ੍ਰਕਾਸ਼ ਸੀ, ਮਾਨਯੋਗ SSP ਸਾਹਿਬ ਸ਼੍ਰੀ ਸੰਦੀਪ ਗਰਗ ਜੀ ਦੀ ਹਦਾਇਤਾਂ ਮੁਤਾਬਕ ਉਹ ਚੱਲ ਰਹੀ ਆ, ਨਾਕੇ ਲੱਗ ਰਹੇ ਨੇ। ASI ਜੈ ਪ੍ਰਕਾਸ਼ ਜਾ ਰਹੇ ਸੀ ਬੌੜਾ ਵੱਲ ਨੂੰ, ਤਾਂ ਉੱਥੇ ਇੱਕ ਇਹਨਾਂ ਨੂੰ ਪਾਰਟੀ ਮਿਲੀ ਸੰਜੀਵ ਕੁਮਾਰ ਸਨ ਆਫ ਸ਼ੀਸ਼ਪਾਲ, ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਦੱਸਿਆ ਵੀ ਸਾਡੀ ਇੱਦਾਂ ਕਰਕੇ ਗੱਡੀ ਚੋਰੀ ਹੋਈ ਸੀ, ਜਿਹਦਾ ਅਸੀਂ ਭਾਲ ਵੀ ਕਰ ਰਹੇ ਸੀ। ਧੂਰੀ ਰਿਪੋਰਟ ਲਿਖਾਈ ਹੋਈ ਸੀ ਥਾਣੇ ਦੇ ਵਿੱਚ। ਉਹਨਾਂ ਨੇ ਦੱਸਿਆ ਵੀ ਉਹ ਗੱਡੀ ਇਸ ਜਗ੍ਹਾ 'ਤੇ ਮੌਜੂਦ ਹੈ। ਫਿਰ ਉਹਦੇ ਨਾਲ ਹੀ ਸਾਡੇ ASI ਜੈ ਪ੍ਰਕਾਸ਼ ਨੇ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਰੇਡ ਕਰੀ, ਉੱਥੋਂ ਮੌਕੇ ਤੋਂ ਗੱਡੀ ਫੜ ਲਈ, ਨਾਲ 3 ਬੰਦੇ ਮੌਕੇ 'ਤੇ ਫੜੇ ਗਏ ਸੀ, ਚੌਥਾ ਜੋ ਅਸੀਂ ਬਾਅਦ ਦੇ ਵਿੱਚ ਉਹ ਕਰਿਆ।
ਨੋਮੀਨੇਟ ਕਰਕੇ ਫੜਿਆ। ਕਿੰਨੇ ਟਾਈਮ ਤੋਂ ਇਹ ਕੰਮ ਕਰਦੇ ਸੀ? ਇਹਨਾਂ ਨੂੰ ਹੋ ਗਏ ਤਕਰੀਬਨ 7-8 ਮਹੀਨੇ ਤੋਂ ਰੈਗੂਲਰ ਉਹਦੇ ਵਿੱਚ ਨੇ ਫਾਰਮ ਚ। ਪੇਸ਼ੇ ਤੋਂ ਕੀ ਨੇ ਜਿਹੜੇ ਹੈਗਾ ਸਾਲਾ ਪੇਸ਼ੇ ਤੋਂ ਅਸਲ ਦੇ ਵਿੱਚ ਜਿਹੜਾ ਸ਼ੱਭੂ ਤੇ ਰਾਹੁਲ ਨੇ, ਸ਼ੱਭੂ ਜੋ ਮੇਨ ਚੋਰ ਆ, ਰਾਹੁਲ ਉਹਦਾ ਜੀਜਾ, ਇਹ ਦੋਨੋਂ ਆਪਸ 'ਚ ਜੀਜਾ ਸਾਲਾ ਨੇ। ਉੱਧਰੋਂ ਕਬਾੜੀਆ ਕੁਲਦੀਪ ਰਾਮ ਸ਼ਰਮਾ ਤੇ ਭਜਨ ਰਾਮ ਸਨ ਆਫ ਜੰਗੀਰਾ, ਇਹ ਦੋਨੋਂ ਆਪਸ 'ਚ ਜੀਜਾ ਸਾਲਾ ਨੇ। ਇਹ ਇੱਕ ਹੋਰ ਵੀ ਇਹਨਾਂ ਦੇ ਉਹਦੇ ਵਿੱਚ ਸੀ, ਇਹ ਕਿ ਨਾ ਜੋ ਗੱਡੀਆਂ ਵੇਚਦੇ ਸੀ ਇੱਕ ਦੂਜੇ ਨੂੰ, ਜਿਸ ਤਰ੍ਹਾਂ ਕਿਸੇ ਨੂੰ ਅੱਗੇ ਉਹਨੂੰ ਵੇਚਣ ਬਾਰੇ ਸੋਚਦੇ ਸੀ, ਉਹਦੇ ਵਿੱਚ ਇਹ ਆਪਣਾ ਐਫੀਡੈਵਿਟ ਵੀ ਆਪਣੇ ਵੱਲੋਂ ਦੇ ਦਿੰਦੇ ਸੀ ਵੀ ਇਹ ਗੱਡੀ ਦੀ ਸਾਰੀ ਜ਼ਿੰਮੇਵਾਰੀ ਸਾਡੀ ਆ। ਭੋਲੇ ਭਾਲੇ ਲੋਕਾਂ ਨੂੰ ਠੱਗਦੇ ਸੀ, ਬਿਲਕੁਲ ਬਿਲਕੁਲ। ਇਹ ਪੇਸ਼ੇ ਤੋਂ ਇਸੇ ਤਰ੍ਹਾਂ ਕਰਦੇ ਕਿ ਜਾਂ ਹੋਰ ਕੋਈ ਇਹਨਾਂ ਦਾ ਕੰਮ ਧੰਦਾ ਹੈਗਾ? ਹੋਰ ਕੁਲਦੀਪ ਰਾਮ ਕਬਾੜੀਏ ਤੇ ਭਜਨ ਰਾਮ ਦਾ ਤਾਂ ਕਬਾੜ ਦਾ ਹੀ ਕੰਮ ਆ, ਸਕ੍ਰੈਪ ਦਾ। ਦੂਸਰੇ ਵਿਹਲੇ ਨੇ, ਚੋਰੀਆਂ ਦੇ ਜਾਂ ਮੇਨ ਜੋ ਦੇਖਦੇ ਬਸ ਸਫਾਈ ਸੇਵਕ ਦਾ ਵੀ ਕੰਮ ਕਰ ਰਹੇ ਨੇ ਨਾਲ ਨਾਲ। ਇਹ ਕਿਹੜੀ ਧਾਰਾ ਦੇ ਤਹਿਤ ਕਰਦੇ? ਇਹ ਸਾਡੇ ਕੋਲ 379, 34, 411, 120 BB ਦੇ ਤਹਿਤ ਕਰਿਆ ਗਿਆ ਪਰਚਾ। ਸਾਨੂੰ ਉਹ ਮਿਲਿਆ ਐਫੀਡੈਵਿਟ ਮਿਲਿਆ ਨੇ ਇਹਨਾਂ ਤੋਂ ਇੱਕ ਦੂਜੇ ਨੂੰ ਲਾਉਂਦੇ, ਉਹਦੇ ਤਹਿਤ 467 ਦਾ ਵੀ ਵਾਧਾ ਕੀਤਾ, 467 78 ਦਾ ਵਾਧਾ ਕੀਤਾ। ਤੇ ਹੋਰ ਵੀ ਜਿਹੜੇ ਹੈਗੇ ਇਨਵੋਲਵ ਉਹਨਾਂ ਨੂੰ ਵੀ ਗ੍ਰਿਫਤਾਰ? ਉਹਨਾਂ ਦੀ ਹਾਂਜੀ, ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਜਿਸ ਤਰ੍ਹਾਂ ਤੱਥ ਸਾਹਮਣੇ ਆਉਣਗੇ ਉੱਦਾਂ ਕਾਰਵਾਈ ਕੀਤੀ ਜਾਏਗੀ। ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਖਰੀਦ ਪੂਰੇ ਪੰਜਾਬ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਮੰਡੀਆਂ ਵਿੱਚ ਪ੍ਰਬੰਧ ਪੂਰੇ ਕੀਤੇ ਗਏ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਪਰ ਸ਼੍ਰੀ ਮੁਕਤਸਰ ਸਾਹਿਬ ਦੇ ਨਵੇਂ ਦਾਣਾ ਮੰਡੀ ਦੀ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ। ਨਵੀਂ ਦਾਣਾ ਮੰਡੀਆਂ ਵਿੱਚ ਜਿੱਥੇ ਕੂੜੇ ਦੇ ਵੱਡੇ ਢੇਰ ਨਜ਼ਰ ਆਉਂਦੇ ਹਨ, ਉੱਥੇ ਹੀ ਅਵਾਰਾ ਪਸ਼ੂ ਘੁੰਮਦੇ ਦਿਖਾਈ ਦਿੰਦੇ ਹਨ। ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ। ਉੱਥੇ ਹੀ ਮੰਡੀ ਅਫਸਰ ਗੌਰਵ ਗਰਗ ਅਨੁਸਾਰ ਪ੍ਰਬੰਧ ਪੂਰੇ ਕਰ ਲਏ ਗਏ ਹਨ। ਮੰਡੀ 'ਚ ਸਾਰੇ ਜਿਹੜੇ ਵੀ ਪ੍ਰਬੰਧ ਹੈਗੇ ਜੀ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਉਹ ਸਾਰੇ ਕਰਵਾਏ ਜਾ ਰਹੇ ਨੇ। ਮੰਨ ਲਓ ਮੰਡੀਆਂ 'ਚ ਸਫਾਈ ਦਾ ਪ੍ਰਬੰਧ ਹੈ, ਪਾਣੀ ਦਾ ਪ੍ਰਬੰਧ ਹੈ, ਲਾਈਟਾਂ ਦਾ ਪ੍ਰਬੰਧ ਹੈ, ਕੋਈ ਟੋਇਲਟਸ ਵਗੈਰਾ ਨੇ, ਤੇ ਉਹ ਸਾਰੇ ਪ੍ਰਬੰਧ ਮਤਲਬ ਮੁਕੰਮਲ ਕਰਵਾਏ ਜਾਣਗੇ। ਪਸ਼ੂਆਂ ਲਈ ਵੀ ਕੋਈ ਪ੍ਰਬੰਧ ਇਸ ਵਾਰ ਖਾਸ ਕੀਤੇ ਗਏ ਕਿਸੇ ਤਰ੍ਹਾਂ ਦੇ, ਜੋ ਪਸ਼ੂਆਂ ਦੀ ਬੜੀ ਕਿਸਾਨਾਂ ਨੂੰ ਪਸ਼ੂਆਂ ਵਾਸਤੇ ਨਹੀਂ, ਇਹ ਮੁਕਤਸਰ ਜਿਹੜੀ ਮੰਡੀ ਹੈਗੀ ਆਪਣੀ, ਕਿਉਂਕਿ ਸ਼ਹਿਰ ਦੀ ਆਬਾਦੀ 'ਚ ਹੋਣ ਕਰਕੇ ਤੇ ਇਹ ਮੰਡੀ ਸਾਰੇ ਪਾਸੇ ਓਪਨ ਸੀ, ਤਾਂ ਕਰਕੇ ਅਸੀਂ ਨਾ ਇੱਥੇ ਮੰਡੀ ਨੂੰ ਬੰਦ ਕਰਵਾ ਰਹੇ ਹਾਂ। ਇੱਥੇ ਗੇਟ ਲਵਾ ਰਹੇ ਹਾਂ। ਕਈ ਸਾਈਡ ਤੋਂ ਬਾਊਂਡਰੀ ਵਾਲ ਟੁੱਟੀ ਹੋਈ ਸੀ, ਉਹ ਬਾਊਂਡਰੀ ਵਾਲ ਬੰਦ ਕਰਵਾਈ ਹੈਗੀ ਹੈ। ਤੇ ਹੁਣ ਅਸੀਂ ਬਸ ਇਹ ਤੋਂ ਬਾਅਦ ਜਦੋਂ ਗੇਟਾਂ ਦਾ ਕੰਮ ਮੁਕੰਮਲ ਹੋ ਜਾਂਦਾ ਤਾਂ ਇੱਕ ਵਾਰ ਇਹਨਾਂ ਨੂੰ ਜਿਹੜੇ ਬਾਹਰ ਗਊਸ਼ਾਲਾ ਇਹਨੂੰ ਵੀ ਰਿਕੁਐਸਟ ਕਰਾਂਗੇ ਵੀ ਸਾਨੂੰ ਸਪੋਰਟ ਕਰਨ ਤੇ ਮੰਡੀ ਵਿੱਚ ਆਪਾਂ ਪਸ਼ੂਆਂ ਨੂੰ ਨਾ ਆਉਣ ਦਈਏ। ਇਹ ਸੀ ਅੱਜ ਦਾ ਖਾਸ ਬੁਲੇਟਿਨ ਤੇ ਅਗਲੀ ਵਾਰੀ ਫਿਰ ਤੋਂ ਹਾਜ਼ਰ ਹੋਵਾਂਗੇ ਖਾਸ ਬੁਲੇਟਿਨ ਦੇ ਨਾਲ। ਤੇ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।